ਅਸੀਂ ਜਦੋਂ ਗਏ ਬਾਹਰ ਜਨੇਟਰ ਠੀਕ ਹੈ ਤੇ ਜਿਹੜੇ ਲਾ ਉਹ ਬਾਹਰ ਤੇ ਉਹਨਾਂ ਨੇ ਉੱਥੋਂ ਪੁਲਿਸ ਮੰਗਾਈ ਆਪ ਹੀ ਉਹਨਾਂ ਆਖਿਆ ਵੀ ਪਿੰਡ ਨਹੀਂ ਆਉਣੀ ਤੇ ਉੱਥੇ ਚੱਲੋ ਦਿਆ ਵਜੀਰਪੁਰ ਵਜੀਰਪੁਰ ਦੀਆਂ ਕਬਰਾਂ ਤੇ ਨਾ ਉੱਥੇ ਜਨਾਈ ਗਾਹ 'ਚ ਉੱਥੇ ਸਾਡੇ ਬਿਆਨ ਹੋ ਗਏ ਨੇ ਅੰਗੂਠੇ ਉਹਨਾਂ ਲਵਾਏ ਤੇ ਮੈਂ ਪਤਾ ਨਹੀਂ ਕਾਹਦੇ ਲਵਾਉਣੇ ਤੇ ਕੀ ਯਾਰ ਨਹੀਂ ਯਾਰ ਉਹ ਇੰਨਾ ਹੀ ਹੈਗਾ भी कोई पूछे दसे ना दे। अस्सलाम वालेकुम नादरीन, 42 एच टी वी के साथ मैं हूँ आपके मेज़बान और मेरे लिए नादरीन। इस वक्त मैं खरेपड़ गांव के अंदर मौजूद हूँ। चंद रोज़ कबल एक इंसिडेंट होता है जिसमें शहज़ादी और शराफत दोनों की मौत वाक़या हो जाती है। इसके ऊपर हम लोगों ने बहुत सारे प्रोग्राम किए। आज मेरे साथ जो शहज़ादी है उसका वालिद मौजूद है, क्योंकि कुछ लोगों का ये कहना था कि उनकी मौत जनरेटर की वजह से हुई है। इस वजह से जो लड़की का वालिद है वो उसने कोई बयान नहीं दिया या कोई कार्रवाई नहीं की। असल में इनसे गलती से या ये समझ ले कि इनको ले जाकर एक स्टाम्प पेपर के ऊपर उन्होंने अंगूठे लगवा लिए थे। मज़ीद ये सारा मामला जो है वो इनसे बात करके इनसे जानते हैं। अस्सलाम वालेकुम। चाचा जी मैंने दसो कि जिस दिन ਤੁਹਾਡੀ बेटी की डेथ हुई है उस दिन ਤੁਹਾਨੂੰ ਕਿਵੇਂ ਪਤਾ ਚੱਲਿਆ ਸੀ ਔਰ ਸਾਰਾ ਮਾਮਲਾ ਹੋਇਆ ਕੀ ਹੈ? ਸਾਨੂੰ ਪਤਾ ਚੱਲਿਆ ਵੀ ਜਦੋਂ ਹੋਈ ਹੈ ਨਾ ਵੀ ਰਾਤ ਤੇ ਗਈ ਚਲੀ ਆਪਦੇ ਘਰ ਉੱਥੇ ਤੇ ਸਾਨੂੰ ਦਿਨੇ ਨਾ ਸਵੇਰ ਪਤਾ ਲੱਗਾ ਵੀ ਅਸੀਂ ਗਏ ਉਧਰ ਤੇ ਉਹ ਫੌਤ ਹੋਏ ਪਏ। ਫਿਰ ਉਸ ਤੋਂ ਬਾਅਦ ਤੁਸੀਂ ਪੁਲਿਸ ਆਈ ਹੈ ਜਾਂ ਤੁਸੀਂ ਜਦੋਂ ਗਏ ਉਹਨਾਂ ਦੇ ਘਰ ਉਹਨਾਂ ਦੀ ਕੀ ਕੰਡੀਸ਼ਨ ਕੀ ਸੀ? ਕਿਉਂਕਿ ਉਹ ਕਹਿੰਦੇ ਨੇ ਜੀ ਕਮਰੇ ਦੇ ਵਿੱਚ ਜਨਰੇਟਰ ਪਿਆ ਸੀ। ਹਾਂਜੀ, ਜਨਰੇਟਰ ਕੋਈ ਨਹੀਂ ਦਾ, ਜਨਰੇਟਰ ਨਹੀਂ ਸੀਗਾ। ਨਹੀਂ ਹੈਗਾ। ਅਸੀਂ ਜਦੋਂ ਗਏ ਬਾਹਰ ਜਨਰੇਟਰ ਠੀਕ ਹੈ ਤੇ ਜਿਹੜੇ ਲਾ ਉਹ ਬਾਹਰ ਤੇ ਉਹਨਾਂ ਨੇ ਉੱਥੋਂ ਪੁਲਿਸ ਮੰਗਾਈ ਆਪ ਹੀ ਤੇ ਉਹਨਾਂ ਆਖਿਆ ਵੀ ਪਿੰਡ ਨਹੀਂ ਆਉਣੀ ਤੇ ਉੱਥੇ ਚੱਲੋ ਦਿਆ ਵਜੀਰਪੁਰ ਵਜੀਰਪੁਰ ਦੀਆਂ ਕਬਰਾਂ ਤੇ ਨਾ ਉੱਥੇ ਜਨਾਈ ਗਾਹ 'ਚ ਉੱਥੇ ਸਾਡੇ ਬਿਆਨ ਹੋ ਗਏ ਨੇ ਅੰਗੂਠੇ ਉਹਨਾਂ ਲਵਾਏ ਤੇ ਮੈਂ ਪਤਾ ਨਹੀਂ ਕਾਹਦੇ ਲਵਾਉਣੇ ਤੇ ਕੀ ਯਾਰ ਨਹੀਂ ਯਾਰ ਉਹ ਇੰਨਾ ਹੀ ਹੈਗਾ ਵੀ ਕੋਈ ਪੁੱਛੇ ਦੱਸੇ ਨਾ ਤੇ ਐਵੇਂ ਉਰਾਂ ਪਰਾਂ। ਕਿਹਨੇ ਗੱਲ ਕੀਤੀ ਸੀ ਕਿ ਕੋਈ ਪੁੱਛੇ ਦੱਸੇ ਨਾ ਜਾਂ ਤੁਸੀਂ ਇਸ ਟਾਈਮ ਤੇ ਕੀਤੀ ਸੀ? ਉਹਨਾਂ ਦੇ ਮਾਲਕਾਂ ਨੇ, ਸਲਾਮਤ ਨੇ। ਅੱਛਾ, ਉਹਨਾਂ ਨੇ ਕਿਹਾ ਕਿ ਅੰਗੂਠੇ ਲਾ ਦਿਓ। ਅੰਗੂਠੇ ਲਾ ਦਿਓ। ਜਦੋਂ ਤੁਸੀਂ ਉਹਨਾਂ ਦੇ ਘਰ ਗਏ ਉਹ ਜ਼ਰੀ ਗੱਲ ਤੁਹਾਡੀ ਬੇਟੀ ਸੀ, ਉਸ ਟਾਈਮ ਕੀ ਕੰਡੀਸ਼ਨ ਕੀ ਸੀ ਉਹਨਾਂ ਦੀ ਕਿ ਤੁਹਾਨੂੰ ਕੀ ਲੱਗਦਾ ਕਿ ਉਹ ਜਨਰੇਟਰ ਨਾਲ ਹੋਈ ਹੈ ਮੌਤ ਹੋਈ ਹੈ ਜਾਂ ਤੁਹਾਨੂੰ ਕੀ ਲੱਗਦਾ? ਸਾਨੂੰ ਲੱਗਦਾ ਸੀ ਵੀ ਜ਼ਹਿਰ ਦਿੱਤੀ ਗਈ। ਹਾਂਜੀ। ਉਹਨਾਂ ਦੀ ਕਿਸ ਤਰ੍ਹਾਂ ਦੀ ਕੰਡੀਸ਼ਨ ਕੀ ਸੀ? ਉਹਨਾਂ ਦੇ ਚਿਹਰੇ ਦੇ ਵੀ ਨੀਲੇ ਜਿਹੇ ਹੋਏ ਸੀ ਠੀਕ ਹੈ ਤੇ ਜਿੱਬਾਂ ਜਿਹੜੀਆਂ ਨੇ ਉਹ ਇੰਨੀਆਂ ਅੱਗੋਂ ਕਾਲੀਆਂ ਛਾਹ ਹੋਈਆਂ ਸੀ ਤੇ ਆ ਦੰਦ ਵੀ ਉੱਥੇ। ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਘਰ ਵਾਲਿਆਂ ਕੋਲੋਂ ਨਹੀਂ ਪੁੱਛਿਆ ਕਿ ਤੁਸੀਂ ਕਹਿੰਦੇ ਜਨਰੇਟਰ ਨਾਲ ਮੌਤ ਹੋਈ, ਜਨਰੇਟਰ ਕਮਰੇ 'ਚ ਨਹੀਂ ਪਿਆ? ਕੀ ਕਿਹਾ ਉਹਨਾਂ ਨੇ? ਉਹਨਾਂ ਕਿਹਾ ਵੀ ਨਹੀਂ ਜਨਰੇਟਰ ਨਾਲ ਹੋਈ। ਨਹੀਂ ਤੁਸੀਂ ਪੁੱਛਿਆ ਨਹੀਂ ਜਨਰੇਟਰ? ਅਸੀਂ ਪੁੱਛਿਆ ਨਾ ਜਨਰੇਟਰ ਨਹੀਂ ਅੰਦਰ ਅਸੀਂ ਕੱਢਿਆ ਹੋਣਾ ਤੁਹਾਡੇ ਅਮਲ ਤੋਂ ਪਹਿਲੇ ਕੱਢਿਆ। ਅੱਛਾ। ਹਾਂ ਤੇ ਜਨਰੇਟਰ ਤੁਹਾਡੀ ਬੇਟੀ ਕਹਿੰਦੀ ਹੈ ਜਿਹੜੀ ਤੁਹਾਡੀ ਦੂਸਰੀ ਬੇਟੀ ਉਹਨਾਂ ਨੇ ਕਿਹਾ ਕਿ ਉਹ ਘਰ ਪਹਿਲੇ ਉਹਨਾਂ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ। ਹਾਂਜੀ। ਯਾਨੀ ਕਿ ਦਰਵਾਜ਼ਾ ਜਿਹੜਾ ਨਾ ਉਹ ਖਟਖਟਾਇਆ, ਲੇਕਿਨ ਉਸ ਟਾਈਮ ਜਨਰੇਟਰ ਕਮਰੇ 'ਚ ਨਹੀਂ ਸੀ ਤੇ ਉਹਨੇ ਹੀ ਵੇਖਿਆ ਕਿ ਉਹਨਾਂ ਦੀ ਮੌਤ ਹੋਈ ਪਈ ਸੀ। ਹਾਂਜੀ, ਉਹਨੇ ਵੇਖਿਆ। ਤੇ ਫਿਰ ਤੁਸੀਂ ਪੁੱਛਿਆ ਨਹੀਂ ਕਿ ਜਨਰੇਟਰ ਤੇ ਕਮਰੇ 'ਚ ਹੈਗਾ ਨਹੀਂ ਸੀ, ਫਿਰ ਮੌਤ ਕਿਵੇਂ ਹੋ ਗਈ? ਹਾਂ ਤੇ ਪੁੱਛਿਆ ਤਾਂ ਉਹਨਾਂ ਨਹੀਂ ਜਨਰੇਟਰ ਨਾਲ ਹੋਇਆ, ਜਨਰੇਟਰ ਆ ਕੇ ਬਾਹਰ ਅਸੀਂ ਕੱਢਿਆ। ਅੱਛਾ, ਜਿਹੜਾ ਸ਼ਰਾਫਤ ਹੈ ਉਹਦੀ ਵਾਲਦਾ ਜਿਹੜੀ ਹੈ ਹਾਂਜੀ ਉਹ ਉਹਦੇ ਸਕੀ ਵਾਲਦਾ ਨਹੀਂ ਦੀ ਹੁੰਦੀ, ਮਤਰੇਈ ਵਾਲਦਾ ਹੈ। ਸ਼ਰਾਫਤ ਨਾਲ ਉਹਦੇ ਕਿਸ ਤਰ੍ਹਾਂ ਦੇ ਮਤਲਬ ਬਿਹੇਵੀਅਰ? ਕੋਈ ਨਹੀਂ ਤਾਂ ਉਹਨਾਂ ਦੇ ਤਲਕ ਨਹੀਂ ਸੀ ਸਹੀ, ਮਤਲਬ ਕਿ ਉਹਨੂੰ ਚੰਗਾ ਨਹੀਂ ਸਮਝਦੀ ਮਤਰੇਈ ਮਾਂ। ਕੀ ਵਜ੍ਹਾ ਸੀ? ਕੋਈ ਜਾਇਦਾਦ ਦਾ ਮਾਮਲਾ ਸੀ? ਜਾਇਦਾਦ ਵੀ ਉਹਦੇ ਕੋਲ ਹੈਗੀ ਸੀ ਵੀ ਜਾਇਦਾਦ ਵੀ ਉਹਦੇ ਕੋਲ ਹੈਗੀ ਸੀ। ਕੋਈ ਰੁਪਈਆ ਕੋਈ 10 ਲੱਖ ਹੀ 20 ਲੱਖ ਹੀ ਇੰਨਾ ਰੁਪਈਆ ਵੀ ਉਹਦੇ ਕੋਲ ਹੈਗਾ ਸੀ ਉਹਦੀ ਵਾਲਦਾ ਕੋਲ ਨਾ। ਉਹ ਯਾਨੀ ਕਿ ਸ਼ਰਾਫਤ ਦੇ ਹਿੱਸੇ ਜਿਹੜੀ ਜਾਇਦਾਦ ਆਉਂਦੀ ਤੇ ਉਹਦਾ ਮਕਾਨ ਉਹਨੂੰ ਜਗ੍ਹਾ ਵੀ ਨਹੀਂ ਸੀ ਦਿੰਦੇ। ਕੀ ਕਹਿੰਦੀ ਸੀ ਜਗ੍ਹਾ ਤੋਂ? ਮਤਲਬ ਆਹ ਵੇ ਕਰ ਲੈਂਦੇ ਆ, ਉਹ ਇਹ ਕਰ ਲੈਂਦੇ ਆ, ਉਹ ਕਰ ਲੈਂਦੇ ਆ। ਤੇ ਅਸੀਂ ਵੀ ਆਉਂਦੇ ਰਹੇ ਵੀ ਯਾਰ ਜਗ੍ਹਾ ਉਹਨੂੰ ਦਿਓ, ਵੀ ਉਹਨੇ ਸ਼ਾਦੀ 'ਚ ਕਰਾਉਣੀ ਜਗ੍ਹਾ ਦਿਓ, ਮਕਾਨ ਆਪਦਾ ਪਾ ਲਵੇ। ਜਦੋਂ ਤੁਸੀਂ ਰਿਸ਼ਤਾ ਕੀਤਾ ਹੈ ਹਾਂਜੀ ਉਦੋਂ ਉਹਦੀ ਵਾਲਦਾ ਦੀ ਰਜ਼ਾਮੰਦਗੀ ਨਹੀਂ ਸੀ ਜਾਂ ਉਹਦੇ ਵਾਲਦ ਦੀ ਰਜ਼ਾਮੰਦਗੀ ਨਹੀਂ ਸੀ? ਉਹਦੇ ਵਾਲਦ ਦੀ ਤਾਂ ਹੈਗੀ ਸੀ, ਯਾਨੀ ਕਿ ਵਾਲਦ ਹੁੰਦਾ ਹੈਗੀ ਉਸ ਵੇਲੇ ਉਹਦੀ ਵੀ ਹੈਗੀ ਸੀ ਰਜ਼ਾਮੰਦਗੀ ਮਾਂ ਦੀ ਵੀ, ਪਰ ਉਹ ਇਹ ਨਹੀਂ ਪਤਾ ਸਾਨੂੰ ਢਿੱਡ ਦੇ ਵਿੱਚ ਕੀ ਉਹਨਾਂ ਰੱਖਿਆ। ਯਾਨੀ ਕਿ ਜਿਵੇਂ ਉੱਤੋਂ ਤੋਂ ਸਮਝ ਲਓ ਉੱਤੋਂ ਠੀਕ ਸੀ, ਢਿੱਡੋਂ ਨਹੀਂ ਠੀਕ ਸੀ। ਉਹਦਾ ਰਿਸ਼ਤਾ ਕੀ ਹੋਣ ਨਹੀਂ ਦਿੰਦੀ ਸੀ? ਕੀ ਵਜ੍ਹਾ ਕੀ ਚਾਹੁੰਦੀ ਸੀ ਉਹ ਬਸ ਇਹ ਚਾਹਦੀ ਸੀ ਵੀ ਨਾ ਹੀ ਹੋਵੇ ਤੇ ਚੰਗਾ, ਇਹ ਰਿਸ਼ਤਾ ਨਾ ਹੋਵੇ ਵੀ ਐਵੇਂ ਰਵੇ ਤੇ ਸਾਡੇ ਜੋ ਗੋਚਰਾ ਹੀ ਰਵੇ। ਉਹਦੇ ਆਪਦੇ ਬੱਚੇ ਕਿੰਨੇ ਨੇ? ਉਹਦੇ ਆਪਦੇ 4 ਕੁੜੀਆਂ ਨੇ। 4 ਬੇਟੀਆਂ ਨੇ ਉਹਦੀਆਂ? ਬੇਟੀਆਂ ਹੀ ਨੇ। ਸ਼ਰਾਫਤ ਦੀਆਂ ਵੀ 2 ਸਿਸਟਰਾਂ ਹੀ ਸੀ ਯਾਨੀ ਕਿ? ਉਹ ਵੀ ਹੈਗੀਆਂ ਨੇ, ਉਹ ਹੈਗੀਆਂ ਨੇ। ਜਿਸ ਦਿਨ ਸ਼ਰਾਫਤ ਦੀ ਮੌਤ ਹੋਈ ਹੈ ਯਾਨੀ ਕਿ ਤੁਹਾਡੀ ਬੇਟੀ ਦੀ ਵੀ ਮੌਤ ਹੋਈ ਉਸ ਦਿਨ ਜਨਾਜ਼ਾ ਜਦੋਂ ਘਰੋਂ ਉੱਠਿਆ ਜਿਹੜੀ ਉਹਦੀ ਵਾਲਦਾ ਜ਼ਰੀ ਗੱਲ ਜਿਹੜੀ ਮਤਰੀ ਉਹਦੀ ਵਾਲਦਾ ਸੀ ਜਾਂ ਮਤਲਬ ਕਿ ਉਹਦਾ ਵਾਲਦ ਸੀ ਉਹਨਾਂ ਦੇ ਕੀ? ਉਹਨਾਂ ਦੇ ਹਾਲਾਤ ਉਹਨਾਂ ਦੇ ਬਿਲਕੁਲ ਸਹੀ ਸੀ, ਉਹਨਾਂ ਨੂੰ ਕੋਈ ਕਿਸੇ ਉਮਰ ਦੀ ਨਾ ਪਰੇਸ਼ਾਨੀ ਨਹੀਂ ਸੀ, ਟੈਨਸ਼ਨ ਕੋਈ ਨਹੀਂ ਸੀ, ਕੋਈ ਟੈਨਸ਼ਨ ਨਹੀਂ। ਯਾਨੀ ਕਿ ਅਗਰ ਬੇਟਾ ਐਡਾ ਜਵਾਨ ਬੇਟਾ ਜਿਹੜਾ ਫੌਤ ਹੋ ਗਿਆ ਪਿਓ ਜਿਹੜਾ ਉਹ ਤਾਂ ਉੱਠ ਨਹੀਂ ਸਕਦਾ, ਲੱਕ ਟੁੱਟ ਜਾਂਦਾ। ਉਹਨੂੰ ਕਿਸੇ ਕਿਸਮ ਦੀ ਅਸੀਂ ਸਾਡੀ ਧੀ ਸੀ, ਸਾਡਾ ਲੱਕ ਟੁੱਟ ਗਿਆ, ਸਾਡੇ ਅਜੇ ਤੱਕ ਨਹੀਂ ਸਾਡੇ ਕੋਲ ਕੋਈ ਕਾਰੋਬਾਰ ਜਾਂ ਰੋਟੀ ਪਾਣੀ ਚੰਗਾ ਬੰਦਾ ਖਾ ਲਿਆ।
ਤੇ ਉਹਨਾਂ ਦਾ ਪੁੱਤਰ ਸੀ ਤੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਆਈ। ਜਦੋਂ ਇਮਰਾਨ ਨੇ ਕਬਰ ਕੁਸ਼ਾਈ ਵਾਸਤੇ ਦਰਖਾਸਤ, ਅੱਛਾ ਮੈਨੂੰ ਦੱਸੋ ਕਿ ਜਦੋਂ ਜ਼ਹਿਰੀ ਗੱਲ ਤੁਹਾਡੇ ਬੇਟੇ ਨੇ ਕਬਰ ਕੁਸ਼ਾਈ ਵਾਸਤੇ ਐਪਲੀਕੇਸ਼ਨ ਦਿੱਤੀ ਸੀ, ਹਾਂਜੀ, ਕਿਹੜੇ ਐਸੇ ਲੋਕ ਸੀ ਉਹਨਾਂ ਵਿੱਚੋਂ ਜਾਂ ਤੁਹਾਡੇ ਪਿੰਡ ਦੇ ਜਾਂ ਤੁਹਾਡੇ ਰਿਸ਼ਤੇਦਾਰ ਜਿਹੜੇ ਜਿਨ੍ਹਾਂ ਨੇ ਕਿਹਾ ਸੀ ਕਿ ਕਬਰ ਕੁਸ਼ਾਈ ਨਾ ਕਰਵਾਓ ਤੁਸੀਂ, ਯਾਨੀ ਕਿ ਉਹਨਾਂ ਦੀ ਮੌਤ ਦਾ ਹਕੀਕਤ ਦਾ ਨਾ ਪਤਾ ਚੱਲੇ? ਉਹ ਰਿਸ਼ਤੇਦਾਰ ਨਹੀਂ, ਉਹ ਆਪ ਘਰ ਵਾਲੇ ਜਾਂਦੇ ਸੀ। ਤੁਹਾਨੂੰ ਉਹਨਾਂ ਨੇ ਕੀ ਕਿਹਾ ਸੀ ਆ ਕੇ? ਸਾਨੂੰ ਉਹਨਾਂ ਕਿਹਾ ਵੀ ਯਾਰ ਇਹਦੇ ਵਿੱਚ ਕੁਝ ਨਹੀਂ ਹੈਗਾ, ਕੋਈ ਸਾਡੇ ਕੋਲ ਅਸੀਂ ਕਰਾ ਲਓ, ਫਲਾਨ ਕਰਾ ਲਓ, ਢੀਂਗ ਕਰਾ ਲਓ, ਸਾਨੂੰ ਲਾਲਚ ਲਾਈ ਫਿਰੇ ਨੇ, ਯਾਨੀ ਕਿ ਤੁਹਾਨੂੰ ਲਾਲਚ ਲਾ ਕੇ ਟਾਈਮ ਪਾਸ ਕਰਦੇ ਰਹੇ ਨੇ। ਠੀਕ ਟਾਈਮ ਹੈ, ਗੁਜ਼ਰਦਾ ਰਿਹਾ। ਹੁਣ ਅੱਜ ਹੁਣ ਉਹ ਇਹ ਵੀ ਅੱਜ ਜਿਹੜੇ ਵੀ ਉਹਨਾਂ ਨੇ ਜਾਣਿਆ ਵੀ ਹੁਣ ਕੰਮ ਠੰਡਾ ਮੱਠਾ ਹੋ ਗਿਆ। ਹੁਣ ਮੇਰੇ ਕੋਲ ਆਏ ਨੇ ਪਰਸੋਂ ਚੌਥ, ਮੇਰੇ ਇੱਥੇ ਗੱਲ ਪੈਲ ਕਰੀ ਗੱਲ ਪੈਣ ਤੋਂ ਹੋਰ ਨਾਲ ਆਖਿਆ ਵੀ ਅੱਗੇ ਕੀ ਕਰਾ ਲਿਆ ਜੀ, ਤੇ ਹੁਣ ਤੇਰੇ ਨਾਲ ਡਿੱਬਲੇ ਤੈਨੂੰ ਬੀਜ ਐਸਾ ਬੀਜਿਆ ਜਿਹੜਾ ਤੂੰ ਕਰੇ ਨਾ। ਯਾਨੀ ਕਿ ਤੁਹਾਨੂੰ ਇਹ ਲੱਗਦਾ ਕਿ ਹੁਣ ਵਾਕਈ ਉਹ ਗੱਲ ਸਾਹਮਣੇ ਆ ਗਈ, ਤੁਹਾਡੀ ਬੇਟੀ ਨੂੰ ਜਿਹੜਾ ਜ਼ਹਿਰ ਦੇ ਕੇ ਮਾਰਿਆ ਗਿਆ। ਠੀਕ ਆ। ਉਸ ਤੋਂ ਬਾਅਦ ਅਦਾਲਤ ਦੇ ਵਿੱਚ ਜਿਹੜਾ ਸਟਾਮ ਜਿਹੜਾ ਉਹਨਾਂ ਨੇ ਦਿੱਤਾ ਸੀ, ਜ਼ਾਰੀ ਗੱਲ ਹੈ ਕਿ ਇਮਰਾਨ ਨੇ ਐਪਲੀਕੇਸ਼ਨ ਦਿੱਤੀ ਹੈ ਔਰ ਇਹਦੀ ਵਲਦੀਅਤ ਕਿਹਨੇ ਗਲਤ ਲਿਖਵਾਈ ਸੀ? ਯਾਨੀ ਕਿ ਉਹ ਗਲਤ ਮੈਂ ਤਾਂ ਨਹੀਂ ਲਿਖਾਈ, ਯਾਨੀ ਕਿ ਤੁਸੀਂ ਨਾਮ ਸਹੀ ਲਿਖਵਾਇਆ? ਅਸੀਂ ਨਾਮ ਸਹੀ ਲਿਖਵਾਇਆ, ਅੱਗੋਂ ਪਤਾ ਨਹੀਂ ਉਹਨਾਂ ਕੀ ਕਰਾ ਲਿਆ, ਉਹਨਾਂ ਨੇ ਲਿਆਕਤ ਦਾ ਵਾਲਦਾ ਲਿਖਾ ਲਿਆ। ਯਾਨੀ ਕਿ ਵਲਦੀਅਤ ਉਹਨਾਂ ਗਲਤ ਕਰਵਾਈ। ਤੁਸੀਂ ਜਦੋਂ ਪੁਲਿਸ ਵਾਲੇ ਰਿਪੋਰਟ ਬਣਾਉਣ ਵਾਸਤੇ ਆਏ ਤੁਸੀਂ ਵਲਦੀਅਤ ਸਾਰਾ ਨਾਮ ਸਹੀ ਲਿਖਵਾਇਆ? ਆਪਦੇ ਸਾਰਿਆਂ ਬੱਚਿਆਂ ਦਾ ਇਹਦਾ ਵੀ ਸਾਰਿਆਂ ਦਾ ਲਿਖਾਇਆ। ਅੱਛਾ ਜੀ, ਮੈਨੂੰ ਦੱਸੋ ਕਿ ਕੀ ਕਹਿਣਾ ਚਾਹੋਗੇ? ਤੁਹਾਡੀ ਜ਼ਾਰੀ ਗੱਲ ਹੈ, ਛੋਟੀ ਬੇਟੀ ਸੀ, ਮਾਂ-ਬਾਪ ਦਾ ਸਭ ਤੋਂ ਜ਼ਿਆਦਾ ਪਿਆਰ ਉਹਨਾਂ ਨਾਲ ਹੁੰਦਾ ਹੈ, ਬੱਚਿਆਂ ਨਾਲ। ਕੀ ਕਹਿਣਾ ਚਾਹੋਗੇ ਤੁਸੀਂ? ਅਸੀਂ ਕਹਿਣਾ ਚਾਹੁੰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਇਨਸਾਫ ਮਿਲਣਾ ਚਾਹੀਦਾ, ਬਿਲਕੁਲ। ਤੁਹਾਨੂੰ ਇਹ ਲੱਗਦਾ ਕਿ ਤੁਹਾਡੀ ਬੇਟੀ ਨੂੰ ਕਤਲ ਕੀਤਾ ਗਿਆ, ਜ਼ਹਿਰ ਦੇ ਕੇ ਕਤਲ ਦਿੱਤੀ ਗਈ ਹੈ? ਸਰ ਬਿਲਕੁਲ ਇਹ ਨਹੀਂ। ਉਸ ਤੋਂ ਪਹਿਲੇ ਅਸੀਂ ਮਾੜੇ ਆ, ਸਾਡੇ ਕੋਲ ਪੈਸਾ ਵੀ ਨਹੀਂ ਹੈਗਾ ਵੀ ਜਿਹੜਾ ਇਹਨਾਂ ਮਗਰ ਲਾਈਏ। ਉਹ ਤਗੜੇ ਨੇ ਸਾਤੋਂ, ਉਹ ਪੈਸਾ ਵੀ ਲਾ ਸਕਦੇ ਨੇ, ਹਰ ਗੱਲ ਕਰ ਸਕਦੇ ਨੇ। ਉਸ ਤੋਂ ਪਹਿਲੇ ਇਹਨਾਂ ਦਾ ਕੋਈ ਲੜਾਈ ਝਗੜਾ ਤੇ ਨਹੀਂ ਘਰ ਦੇ ਵਿੱਚ? ਸ਼ਾਦੀ ਵਾਲੇ ਦਿਨ ਜਾਂ ਸ਼ਾਦੀ ਤੋਂ ਉਦੋਂ ਅੱਗੇ ਹੁੰਦਾ ਰਿਹਾ, ਦੋ ਤਿੰਨ ਵਾਰੀ ਹੋਇਆ ਹੈ। ਅੱਛਾ, ਸ਼ਰਾਫਤ ਨਾਲ ਦੋ ਤਿੰਨ ਵਾਰੀ ਝਗੜਾ ਹੋਇਆ। ਉਸ ਦਿਨ ਵੀ ਉਂਝ ਹੋਇਆ, ਜਿਹਦਾ ਨਾਲ ਇੱਧਰ ਆਏ ਨਾ ਟੁੱਕਣ, ਉਸ ਦਿਨ ਵੀ ਹੋਇਆ ਹੈ। ਇੱਥੇ ਹਨੇਰਾ ਵਾਹਵਾ ਹੋ ਗਿਆ। ਮੈਂ ਆਖਿਆ ਵੀ ਨਹੀਂ ਨਾ, ਉਹ ਕੁੜੀਆਂ ਮੰਗਦੀਆਂ ਸੀ ਲਾਗ ਲੋਕ, ਤੇ ਮੈਂ ਅੱਜ ਨਹੀਂ ਨਾ ਦਿੰਦੇ ਲਾਗ, ਤੇ ਇਹਨਾਂ ਨੂੰ ਕੱਢੋ ਬਾਹਰ, ਇਹਨਾਂ ਨੂੰ ਕਰੋ। ਮੈਂ ਗਾਲ ਵੀ ਕੱਢੀ, ਮੈਂ ਜੋ ਐਵੇਂ ਆਖਾ ਵੀ ਨਹੀਂ। ਤੂੰ ਉਹ ਬਿੱਲਾ ਇੱਥੋਂ ਭੱਜ ਉੱਠਿਆ, ਚਲੋ ਅੱਛਾ ਨਿਬੜਨਾ ਦੇ, ਤੁਸੀਂ ਜਾਓ। ਉਹ ਘਰ ਨੂੰ ਭੱਜ ਗਏ। ਮੈਂ ਕੁੜੀ ਮੁੰਡੇ ਤੁਸੀਂ ਤਿਆਰ ਕਰਕੇ ਆ ਮੈਂ ਬੂਹੇ ਨਾਲ, ਤੇ ਤੁਸੀਂ ਛੱਡਿਓ, ਤੁਸੀਂ ਆਪ ਛੱਡਿਓ, ਤੇ ਇਹਨਾਂ ਨੂੰ ਦਫਾ ਕਰੋ ਪਰਾਂ। ਉਸ ਤੋਂ ਬਾਅਦ ਇਹ ਵੀ ਸੁਣਨ 'ਚ ਆਇਆ ਕਿ ਜਦੋਂ ਜਨਾਜ਼ਾ ਲੈ ਕੇ ਗਏ ਨੇ, ਜਨਾਜ਼ੇ ਤੋਂ ਬਾਅਦ ਉਹਦਾ ਜਿਹੜਾ ਵਾਲਦ ਹੈ ਉਹ ਮਾਮ ਤੇ ਕਲਫ ਲਵਾਉਂਦਾ ਰਿਹਾ ਜਾਂ ਕੁਝ ਜੂਸ ਪੀਂਦਾ ਰਿਹਾ। ਯਾਨੀ ਕਿ ਜਵਾਨ ਬੇਟਾ ਉਹਦਾ ਫੌਤ ਹੋ ਗਿਆ, ਸਗਾ ਬੇਟਾ ਸੀ। ਚਲੋ ਅਗਰ ਵਾਲਦਾ ਸਕੀ ਨਹੀਂ ਸੀ, ਬੇਟਾ ਤਾਂ ਉਹਦਾ ਵਾਲਦ ਦਾ ਸਕਾ ਸੀ ਨਾ, ਫਿਰ ਉਹ ਆਪ ਵੀ ਜੂਸ ਪੀਂਦਾ ਰਿਹਾ। ਜਵਾਈ ਨੂੰ ਉੱਥੇ ਜੂਸ ਪਿਆਇਆ, ਜਿਹੜਾ ਉਸ ਦਿਨ ਇੱਕ ਦਿਨ ਅੱਗੇ ਕੁੜੀ ਵਿਆਹੀ ਸੀ। ਅੱਛਾ, ਇੱਕ ਦਿਨ ਅੱਗੇ ਉਹਦੇ ਘਰ ਜਾਈਆਂ, ਇੱਕ ਦਿਨ ਅੱਗੇ ਕੁੜੀ ਬੀਜੀ। ਕਿ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਟੈਨਸ਼ਨ ਨਹੀਂ? ਕੋਈ ਟੈਨਸ਼ਨ ਨਹੀਂ, ਕੋਈ ਟੈਨਸ਼ਨ। ਜਵਾਨ ਬੇਟਾ ਉਹਨਾਂ ਦਾ ਮਰ ਗਿਆ, ਜਵਾਨ ਬੇਟਾ ਮਰ ਗਿਆ, ਕੋਈ ਉਹਨਾਂ ਨੂੰ ਟੈਨਸ਼ਨ ਨਹੀਂ। ਤੇ ਸਾਨੂੰ ਅਜੇ तक ਸਾਨੂੰ ਰੋਟੀ नहीं लंघती। जी नाज़रीन, आपने ये शहज़ादी के वालिद की बात सुनी। इनकी बेटी को जहर दे के मारा गया है और जो पहले इससे पहले जो उन्होंने बातें की कि जनरेटर की वजह से मौत हुई है, तो इनकी ही बेटी जाके उसने ही दरवाज़ा खोला था। जब दरवाज़ा खोला है तो उस टाइम उन दोनों की मौत हो चुकी थी। अगर वो कमरे में थे, जनरेटर से उनकी मौत हुई है, तो जो दरवाज़ा था वो किस तरह से अंदर से खुल गया? सुनने में ये भी आया था कि जनरेटर जो था वो कमरे से बाहर था। ये सारे मामला थे, लेकिन आज वो हकीकत सामने आ गई है कि वाकई उनकी मौत जो थी वो जनरेटर की वजह से नहीं हुई, बल्कि उनको जहर दे के मारा गया। इसलिए मेरी अल्लाह हुक्मरानों से गुजारिश है कि कब्र कुशाई करवाई जाए और कब्र कुशाई के बाद उनका पोस्टमार्टम वो पता चल सके कि उनकी मौत के पीछे असल हकीकत क्या है, फिर उन ज़ालमों को पकड़ा जाए और कड़ी से कड़ी सज़ा दी जाए, ताकि इस तरह का जुल्म जो है किसी और गरीब के ऊपर ना हो। इनके पास इतने पैसे नहीं हैं जो कि ये पुलिस को दे के अपनी रिपोर्ट सही करवा लें। अब पुलिस वाले आते हैं इनके घर में, इनका कहना है कि जो इमरान की वल्दियत लिखवाई गई थी वो बिल्कुल सही थी, लेकिन जब वो गए हैं उसके बाद पुलिस ने, जो हमारे मुतलका थाना गंडा सिंह की पुलिस है, उन्होंने पैसे लेके इमरान की जो वल्दियत है वो गलत कर दी, ताकि कुछ 4 दिन और गुजर जाएं और उनकी जो डेड बॉडीज़ हैं
वो सारी की सारी जो है ना वो गल सड़ जाएँ, उनको कीड़े मकोड़े खा जाएँ, ताकि जो मेडिकल की रिपोर्ट है या पोस्टमार्टम की रिपोर्ट है उसके अंदर कुछ ना आ सके। एक और चीज़ में मैं ऐड करना चाहूँगा कि इमरान की वालिद की तरफ से एक स्टाम्प पेपर जो अदालत में जमा करवाया गया था कि वाला साहब जो थे इमरान के, इसने बेदखल कर दी है, लेकिन वो भी हकीकत ये है कि इनसे उन्होंने एक वाइट पेपर के ऊपर ये समझ लें कि अंगूठे लगवाए थे, और अंगूठे लगवाने के बाद उसमें सारी स्टेटमेंट उन्होंने दर्ज कर दी कि जो इमरान है उसको उसके वालिद ने बेदखल कर दी है, वो भी इनसे जानते हैं। अच्छा चाचा जी, मैंने दसो कि ਜਿਹੜਾ ਤੁਹਾਡੇ ਇੱਕ ਸਟਾਂਪ ਪੇਪਰ ਬੇਟੇ ਦੀ ਤਰਫੋਂ ਜਾਂ ਤੁਹਾਡੀ ਤਰਫੋਂ ਇੱਕ ਅਦਾਲਤ ਦੇ ਵਿੱਚ ਦਿੱਤਾ ਗਿਆ ਸੀ ਕਿ ਤੁਸੀਂ ਆਪਣੇ ਬੇਟੇ ਨੂੰ ਬੇਦਖਲ ਕਰ ਦਿੱਤਾ, ਕਿਆ ਤੁਸੀਂ ਕੋਈ ਐਸੀ ਸਟੇਟਮੈਂਟ ਦਿੱਤੀ ਸੀ? नहीं जी, असी गल साढ़े कोल तो कागज ते अंगूठे लवाए गए ने, अंगूठे लगवाए ने, सारी साजिश की उन्होंने? हाँ, उन्हें सारी की। उन्हें आख्या भी आ स्टाम इहदे ना पेपर कागज सी, इहदे ते अंगूठे ला दो। तो असी सानू की पता, असी जैल लोग आ, सानू ना पढ़े ना लिखे। अगर जाके उन्हें पता नहीं उस स्टाम ते की करवा लिया थाने जाके या किते जिथे भी। जी नाज़रीन, आपने जो शहज़ादी के वाला साहब थे उनकी भी बात सुनी कि इमरान को जो बेदखल किया गया था वो सरासर वो बात झूठी है, क्योंकि जब इमरान अदालत में गया है तो उसको पता चलता है कि इसके वालिद की तरफ से स्टाम्प पेपर दिया गया है, क्योंकि इमरान ने इस मामले को हाईलाइट किया और एप्लीकेशन दायर की कब्र कुशाई की, और वो स्टाम्प पेपर भी साजिश करके इनसे अंगूठे लगवाए गए थे, और अंगूठे लगवाने के बाद उसमें सारी वो स्टेटमेंट दर्ज कर दी गई कि जो इमरान का वालिद है उसने अपने बेटे को बेदखल किया हुआ, इसलिए वो बंदा केस नहीं कर सकता। अदलिया से गुजारिश है कि इनको कब्र कशाई की इजाज़त जल्दी दी जाए ताकि उनकी जो डेड बॉडीज़ हैं उनका पोस्टमार्टम की जो रिपोर्ट है वो सही आ सके। इसके साथ ही अपने मेज़बान उमैर अली को इजाज़त दीजिए। देखते रहिए 42 HT TV। अल्लाह निगहबान।